ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੀ ਇਸ ਆਨਲਾਈਨ ਜਮਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਪਾਠ ਪੁਸਤਕ ਭਾਗ 7 ਦਾ ਪਾਠ 21 ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਪੁਲਾੜ ਪਰੀ ਸੁਨੀਤਾ ਵਿਲੀਅਮਸ। ਇਹ ਸੁਨੀਤਾ ਵਿਲੀਅਮਸ ਦੀ ਜੀਵਨੀ ਹੈ ਜੋ ਕਿ ਡਾਕਟਰ ਕੁਲਦੀਪ ਸਿੰਘ ਧੀਰ ਜੀ ਦੀ ਲਿਖੀ ਹੋਈ ਹੈ। ਇਸ ਵਿੱਚ ਉਹਨਾਂ ਨੇ ਸੁਨੀਤਾ ਵਿਲੀਅਮਸ ਦੇ ਜੀਵਨ ਦੇ ਸਾਰੇ ਪੱਖਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕਲਪਨਾ ਚਾਵਲਾ ਤੋਂ ਬਾਅਦ ਇੱਕ ਵਾਰ ਫੇਰ ਜਿਸ ਮੁਟਿਆਰ ਨੇ ਅੰਬਰਾਂ ਵਿੱਚ ਉਡਾਰੀਆਂ ਮਾਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ, ਵਿਦਿਆਰਥੀਓ, ਉਸ ਦਾ ਨਾਮ ਹੈ ਸੁਨੀਤਾ। ਸੁਨੀਤਾ ਭਾਵੇਂ ਭਾਰਤ ਵਿੱਚ ਪੈਦਾ ਨਹੀਂ ਹੋਈ, ਪਰ ਉਹ ਇੱਕ ਭਾਰਤੀ ਡਾਕਟਰ ਦੀਪਕ ਪਾਂਡੇ ਦੀ ਧੀ ਹੈ। ਦੀਪਕ ਪਾਂਡੇ ਸੂਰਤ ਤੋਂ MBBS ਕਰਕੇ ਵਿਦੇਸ਼ ਚਲੇ ਜਾਂਦੇ ਹਨ ਅਤੇ ਉੱਥੇ ਜਾ ਕੇ ਅਮਰੀਕਾ ਦੇ ਨਗਰ ਯੂਕਲਿਡ ਵਿੱਚ ਉਹ ਡਾਕਟਰੀ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਇੱਥੇ ਹੀ ਇੱਕ ਐਕਸਰੇ ਤਕਨੀਸ਼ੀਅਨ ਦਾ ਕੋਰਸ ਕਰ ਰਹੀ ਸਰਲ ਸੁਭਾਅ ਵਾਲੀ ਮਿਹਨਤੀ ਕੁੜੀ ਬੋਨੀ ਉਰਸਾਲਿਨ ਜ਼ਲੋਕਰ ਨਾਲ ਉਹਨਾਂ ਦੀ ਜਾਣ ਪਛਾਣ ਹੋ ਜਾਂਦੀ ਹੈ। ਬੋਨੀ ਦੇ ਵੱਡੇ ਵਡੇਰੇ ਯੂਗੋਸਲਾਵੀਆ ਦੇ ਸਨ, ਪਰ ਉਸਦੇ ਮਾਤਾ ਪਿਤਾ ਓਹਾਇਓ ਪ੍ਰਾਂਤ ਦੇ ਕਲੀਵਲੈਂਡ ਸ਼ਹਿਰ ਵਿੱਚ ਰਹਿੰਦੇ ਸਨ। ਉਹਨਾਂ ਨੂੰ ਵੀ ਡਾਕਟਰ ਦੀਪਕ ਪਾਂਡੇ ਦਾ ਸੁਭਾਅ ਬੜਾ ਅੱਛਾ ਲੱਗਦਾ ਹੈ, ਜਿਸ ਨਾਲ ਉਹ ਆਪਣੀ ਬੇਟੀ ਦਾ ਵਿਆਹ ਡਾਕਟਰ ਦੀਪਕ ਪਾਂਡੇ ਨਾਲ ਕਰ ਦਿੰਦੇ ਹਨ। ਸੁਨੀਤਾ ਵਿਲੀਅਮ ਦਾ ਜਨਮ 19 ਸਤੰਬਰ 1965 ਨੂੰ ਯੂਕਲਿਡ ਵਿਖੇ ਹੁੰਦਾ ਹੈ। ਉਸ ਦੇ ਇੱਕ ਭਰਾ ਅਤੇ ਇੱਕ ਭੈਣ ਉਸ ਤੋਂ ਵੱਡੇ ਸਨ। ਭਰਾ ਦਾ ਨਾਮ ਜੈ, ਜੋ ਕਿ ਉਸ ਤੋਂ 4 ਸਾਲ, ਅਤੇ ਭੈਣ ਦਾ ਨਾਮ ਦੀਨਾ, ਜੋ ਕਿ ਉਸ ਤੋਂ 3 ਸਾਲ ਵੱਡੀ ਸੀ। ਸੁਨੀਤਾ ਦੇ ਜਨਮ ਤੋਂ 1 ਸਾਲ ਪਹਿਲਾਂ ਉਸ ਦੇ ਪਿਤਾ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਸੀ। ਸੁਨੀਤਾ ਹਲੇ ਛੋਟੀ ਹੀ ਹੁੰਦੀ ਹੈ ਜਦੋਂ ਉਸ ਦਾ ਪਰਿਵਾਰ ਬੋਸਟਨ ਵਿਖੇ ਆ ਜਾਂਦਾ ਹੈ। ਸੁਨੀਤਾ ਦਾ ਪਾਲਣ ਪੋਸ਼ਣ ਵੀ ਇੱਥੇ ਹੀ ਹੁੰਦਾ ਹੈ। ਸੁਨੀਤਾ ਦੇ ਪਿਤਾ ਪੜ੍ਹਨ ਲਿਖਣ ਦੇ ਬੜੇ ਸ਼ੌਕੀਨ, ਸੰਗੀਤ ਦੇ ਸ਼ੌਕੀਨ, ਸੈਰ ਸਪਾਟੇ ਦੇ ਬੜੇ ਸ਼ੌਕੀਨ ਸਨ। ਮਾਤਾ ਘਰੇਲੂ ਰੁਚੀਆਂ ਵਾਲੀ ਸੀ। ਉਹ ਸਿਲਾਈ ਕਢਾਈ, ਸੈਰ ਸਪਾਟੇ, ਖੇਡਾਂ ਵਿੱਚ ਵਿਸ਼ੇਸ਼ ਰੁਚੀ ਲੈਂਦੀ ਸੀ। ਸੁਨੀਤਾ ਦੇ ਵੱਡੇ ਭੈਣ ਭਰਾ ਵੀ ਐਥਲੈਟਿਕਸ ਵਿੱਚ ਵਿਸ਼ੇਸ਼ ਰੁਚੀ ਲੈਂਦੇ ਸਨ। ਇਸ ਕਿਸਮ ਦੇ ਮਾਹੌਲ ਵਿੱਚ ਵੱਡੀ ਹੋਣ ਕਰਕੇ ਸੁਨੀਤਾ ਦੀ ਰੁਚੀ ਵੀ ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਅਤੇ ਖੇਡਾਂ ਵਿੱਚ ਹੁੰਦੀ ਹੈ। ਸਕੂਲ ਦਾ ਕੰਮ ਕਰਨ ਤੋਂ ਬਾਅਦ ਤਿੰਨੋਂ ਭੈਣ ਭਰਾ ਟਰੈਕਿੰਗ ਦਾ ਅਭਿਆਸ ਕਰਦੇ ਸਨ। ਉਹਨਾਂ ਦੀ ਮਾਂ ਵੀ ਆਪਣਾ ਕੰਮ ਕਰਦੇ ਹੋਏ ਉਹਨਾਂ ਵੱਲ ਨਿਗਾਹ ਰੱਖਦੀ ਹੈ। ਛੁੱਟੀ ਦੇ ਦਿਨ ਇਹ ਸਾਰਾ ਪਰਿਵਾਰ ਘੁੰਮਣ ਫਿਰਨ ਲਈ ਕਿਤੇ ਸੈਰ ਸਪਾਟੇ ਵਾਲੀ ਥਾਂ 'ਤੇ ਜਾਂਦਾ ਹੈ ਅਤੇ ਪ੍ਰਕਿਰਤੀ ਦੇ ਨਜ਼ਾਰਿਆਂ ਨੂੰ ਮਾਣਦਾ ਹੈ। ਸੁਨੀਤਾ ਦੇ ਮਾਤਾ ਪਿਤਾ ਨੇ ਉਸ ਨੂੰ ਬਚਪਨ ਤੋਂ ਹੀ ਔਖ ਸੌਖ ਨਾਲ ਭਾਵ ਸੰਘਰਸ਼ਮਈ ਜ਼ਿੰਦਗੀ ਜੀਣ ਦੇ ਢੰਗ ਸਿਖਾ ਦਿੱਤੇ ਸਨ। 11 ਸਾਲ ਦੀ ਸੀ ਜਦੋਂ ਉਸਨੇ ਬੋਸਟਨ ਹਾਰਬਰ ਮੈਰਾਥਨ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਲਿਆ। ਪਿਆਰੇ ਬੱਚਿਓ, ਸੁਨੀਤਾ ਬੜੀ ਹੀ ਨਿਮਰਤਾ ਵਾਲੀ ਕੁੜੀ ਸੀ। ਉਹ ਆਪਣੀਆਂ ਪ੍ਰਾਪਤੀਆਂ ਬਾਰੇ ਦਿਖਾਵਾ ਨਹੀਂ ਸੀ ਕਰਦੀ। ਲੇਖਕ ਇੱਥੇ ਦੱਸ ਰਹੇ ਹਨ ਕਿ ਇੱਕ ਵਾਰ ਉਹ ਬੜੀ ਛੋਟੀ ਸੀ, 6 ਸਾਲ ਦੀ ਸੀ। ਉਹਨਾਂ ਦਾ ਪਰਿਵਾਰ ਕਿਤੇ ਪਿਕਨਿਕ ਮਨਾ ਰਿਹਾ ਸੀ। ਸੁਨੀਤਾ ਆਪਣੀਆਂ ਸਹੇਲੀਆਂ ਨਾਲ ਕਿਤੇ ਪ੍ਰਤੀਯੋਗਤਾ 'ਤੇ ਜਾਂਦੀ ਹੈ। ਜਦੋਂ ਪ੍ਰਤੀਯੋਗਤਾ ਖਤਮ ਹੁੰਦੀ ਹੈ ਤਾਂ ਉਹ ਵਾਪਸ ਆ ਕੇ ਆਪਣਾ ਬੈਗ ਸੁੱਟ ਕੇ ਫਿਰ ਵਾਪਸ ਆਪਣੀਆਂ ਸਹੇਲੀਆਂ ਨਾਲ ਚਲੀ ਜਾਂਦੀ ਹੈ। ਉਸਦੇ ਭੈਣ ਭਰਾ ਪੁੱਛਦੇ ਹੈ ਕਿ ਤੂੰ ਹੁਣ ਕਿੱਥੇ ਜਾ ਰਹੀ ਹੈ ਜਾਂ ਤੇਰਾ ਕਿਸ ਤਰ੍ਹਾਂ ਪ੍ਰਤੀਯੋਗਤਾ ਰਹੀ।
ਤਾਂ ਉਹਨਾਂ ਨੂੰ ਕਹਿੰਦੀ ਹੈ ਬਸ ਠੀਕ। ਕਹਿੰਦੇ ਜਦੋਂ ਪਰ ਉਸਦਾ ਬੈਗ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਵਿੱਚ 5 ਮੈਡਲ ਸਨ, ਜੋ ਕਿ ਉਹ ਵੱਖ-ਵੱਖ ਇਵੈਂਟਸ ਵਿੱਚੋਂ ਫਸਟ ਆਉਣ 'ਤੇ ਉਸਨੂੰ ਮਿਲੇ ਸਨ। ਸੁਨੀਤਾ ਨੇ ਬੋਸਟਨ ਵਿੱਚ ਹੀ ਨਿਦਮ ਸਕੂਲ ਤੋਂ 12ਵੀਂ ਪਾਸ ਕੀਤੀ। 1983 ਈਸਵੀ ਵਿੱਚ ਉਹ ਅਮਰੀਕੀ ਨੈਵਲ ਅਕੈਡਮੀ ਵਿੱਚ ਦਾਖਲ ਹੋ ਗਈ। ਇੱਥੋਂ ਹੀ ਉਸਨੇ MSc ਪਾਸ ਕੀਤੀ ਅਤੇ ਨੇਵੀ ਵਿੱਚ ਭਰਤੀ ਹੋ ਗਈ। ਉਸ ਨੂੰ ਹੈਲੀਕਾਪਟਰ ਉਡਾਣ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਉਸਨੂੰ ਇਹੀ ਕੰਮ ਸੌਂਪ ਦਿੱਤਾ ਗਿਆ। ਫਿਰ ਉਸਨੇ MSc ਕੀਤੀ ਅਤੇ ਉਹ ਹੈਲੀਕਾਪਟਰ ਇੰਸਟ੍ਰਕਟਰ ਬਣ ਗਈ। ਇਸ ਸਮੇਂ ਉਸ ਦੀ ਜਾਣ ਪਛਾਣ ਉਸਦੇ ਇੱਕ ਜਮਾਤੀ ਮਿਸ਼ੈਲ ਵਿਲੀਅਮਸ ਨਾਲ ਹੁੰਦੀ ਹੈ ਅਤੇ ਉਸ ਨਾਲ ਸ਼ਾਦੀ ਕਰਵਾ ਕੇ ਸੁਨੀਤਾ ਤੋਂ ਸੁਨੀਤਾ ਵਿਲੀਅਮਸ ਬਣ ਜਾਂਦੀ ਹੈ। 1995 ਵਿੱਚ ਉਹ ਫਿਰ ਹੈਲੀਕਾਪਟਰ ਲੈ ਕੇ ਅਮਰੀਕੀ ਪੁਲਾੜ ਕੇਂਦਰ ਨਾਸਾ ਜਾਂਦੀ ਹੈ, ਜਿੱਥੇ ਉਸਨੇ ਜਾਨ ਯੰਗ ਨਾਂ ਦੇ ਪੁਲਾੜ ਯਾਤਰੀ ਦੇ ਭਾਸ਼ਣ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਨਾਸਾ ਨੂੰ ਅਰਜ਼ੀ ਭੇਜ ਦਿੰਦੀ ਹੈ। ਪਹਿਲੀ ਵਾਰ ਤਾਂ ਨਹੀਂ, ਪਰ ਦੂਜੀ ਵਾਰ 1998 ਈਸਵੀ ਵਿੱਚ ਨਾਸਾ ਨੇ ਉਸ ਨੂੰ ਪੁਲਾੜ ਯਾਤਰਾ ਵਿੱਚ ਭੇਜੇ ਜਾਣ ਲਈ ਚੁਣ ਲਿਆ। 9 ਦਸੰਬਰ 2006 ਈਸਵੀ ਨੂੰ ਉਹ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ ਅੰਬਰਾਂ ਦੀ ਉਡਾਰੀ ਭਰਨ ਲਈ ਜਾਂਦੀ ਹੈ। ਸੁਨੀਤਾ ਪੁਲਾੜੀ ਸਟੇਸ਼ਨ ਦੀ ਸਾਂਭ ਸੰਭਾਲ ਅਤੇ ਤਜਰਬਿਆਂ ਦੇ ਖੇਤਰ ਵਿੱਚ ਵੀ ਉਸਨੇ ਬੜਾ ਕੰਮ ਕੀਤਾ ਹੈ। 195 ਦਿਨ ਪੁਲਾੜ ਵਿੱਚ ਰਹਿ ਕੇ ਉਸਨੇ ਨਵਾਂ ਰਿਕਾਰਡ ਬਣਾਇਆ ਹੈ, ਜੋ ਕਿ ਕਿਸੇ ਵੀ ਇਸਤਰੀ ਦੁਆਰਾ ਪੁਲਾੜ ਵਿੱਚ ਗੁਜ਼ਾਰਿਆ ਗਿਆ ਇਹ ਸਭ ਤੋਂ ਵੱਧ ਸਮਾਂ ਹੈ। ਉਸਨੇ 4 ਵਾਰ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕੀਤਾ, ਜਿਸ ਨੂੰ ਸਪੇਸ ਵਾਕਿੰਗ ਕਿਹਾ ਜਾਂਦਾ ਹੈ। 29 ਘੰਟੇ 17 ਮਿੰਟ ਸਪੇਸ ਵਾਕਿੰਗ ਕਰਕੇ ਉਸਨੇ ਇੱਕ ਨਵਾਂ ਰਿਕਾਰਡ ਬਣਾਇਆ। ਉਸਨੇ ਪੁਲਾੜੀ ਜਹਾਜ਼ ਵਿੱਚ ਲੱਗੀ ਟ੍ਰੈਡਮਿਲ ਉੱਤੇ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ। ਇਸ ਪ੍ਰਕਾਰ 4 ਰਿਕਾਰਡ ਬਣਾ ਕੇ ਸੁਨੀਤਾ ਵਿਲੀਅਮਸ 22 ਜੂਨ 2007 ਦੀ ਰਾਤ ਨੂੰ ਐਟਲਾਂਟਿਸ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਵਾਪਸ ਆ ਗਈ। ਸੁਨੀਤਾ ਨੂੰ ਉਸ ਦੀਆਂ ਇਹੋ ਜਿਹੀਆਂ ਪ੍ਰਾਪਤੀਆਂ ਕਾਰਨ ਹੀ ਭਾਰਤ ਦਾ ਸਰਵੋਤਮ ਸਿਵਲਿਅਨ ਪੁਰਸਕਾਰ ਪਦਮ ਭੂਸ਼ਣ ਵੀ ਪ੍ਰਦਾਨ ਕੀਤਾ ਗਿਆ ਹੈ। ਅਤੇ ਹੁਣ ਵੀ ਮਾਨਵਤਾ ਦੀ ਭਲਾਈ ਲਈ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਉਸ ਤੋਂ ਹੋਰ ਵੀ ਵਧੇਰੇ ਚੰਗੀਆਂ ਸੰਭਾਵਨਾਵਾਂ ਦੀ ਆਸ ਹੈ, ਉਮੀਦ ਹੈ। ਪਿਆਰੇ ਬੱਚਿਓ, ਇਹ ਅਸੀਂ ਜੋ ਜੀਵਨੀ ਪੜ੍ਹੀ ਹੈ, ਜੀਵਨੀ ਵਿੱਚ ਅਕਸਰ ਸ਼ਾਰਟ ਕੁਐਸਚਨ ਬਹੁਤ ਧਿਆਨ ਨਾਲ ਪੜ੍ਹਨੇ ਹਨ। ਜਿਸ ਤਰ੍ਹਾਂ ਕਿਸੇ ਦੀ ਵੀ ਜੀਵਨੀ ਹੋਵੇ, ਉਸਦੇ ਮਾਤਾ ਪਿਤਾ ਬਾਰੇ, ਉਸਦੀ ਪੜ੍ਹਾਈ ਬਾਰੇ, ਉਸਦੀਆਂ ਪ੍ਰਾਪਤੀਆਂ ਬਾਰੇ ਜੋ ਵੀ ਕੁਐਸਚਨ ਹਨ, ਤੁਸੀਂ ਸਾਰੇ ਸ਼ਾਰਟ ਕੁਐਸਚਨ ਧਿਆਨ ਨਾਲ ਚੈਪਟਰ ਨੂੰ ਰੀਡ ਕਰਨਾ ਹੈ ਅਤੇ ਧਿਆਨ ਨਾਲ ਉਹਨਾਂ ਪ੍ਰਸ਼ਨ ਉੱਤਰਾਂ ਨੂੰ ਅੰਡਰਲਾਈਨ ਕਰਨਾ ਹੈ, ਤਾਂ ਕਿ ਤੁਹਾਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਅਤੇ ਹੁਣ ਇਹਦੇ ਬਾਕੀ ਅਭਿਆਸ ਆਪਾਂ ਕੱਲ੍ਹ ਕਰਾਂਗੇ। ਸ਼ਬਦ ਅਰਥ ਤੁਸੀਂ ਯਾਦ ਕਰੋਗੇ। ਪ੍ਰਸ਼ਨ ਉੱਤਰ ਅਤੇ ਵਾਕ ਆਪਾਂ ਇਸ ਤੋਂ ਅਗਲੇ ਦਿਨ ਕਰਾਂਗੇ। ਧੰਨਵਾਦ।